विच बाणी अमृत सारे। गुरबाणी कह सेवक जन मन, पर तख गुरु निस्तारे। आवह सिख सत गुर के प्यारे, गावो सच्ची बाणी। बाणी तां गावो गुरु केरी, बाणियां सिर बाणी। जिनका नदर करम होवै, हृदय तिना समाणी। पीवा अमृत सदा रहो हर रंग, जपियो सारिंग पाणी। कह नानक सदा गावा, एहो सच्ची बाणी। मूक उचरै शास्त्र खट, पिंग गिरन चढ़ जाए। अंध लखै बदरो सुनै, जाओ काल किरपा कराए। कहाँ बुद्ध प्रभ तुच्छ हमारी, बरन सकै महिमा जो तुम्हारी। हम ना सकत कार सिफत तुम्हारी, आप ले हो तुम कथा सुधारी। हम ना सकत कार सिफत तुम्हारी, आप ले हो तुम कथा सुधारी। टोडी महला पंजवां। साध संग हर हर नाम चितारा, सहज आनंद होवै दिन राति। अंकुर भलो हमारा रहा, गुरपूरा पिटियो बडभागी। जाको अंत न पारा वारा, कर गह काढ़ लियो जन अपना। बिख सागर संसारा, जन्म मरण काटे गुरबचनी। बहुड़ न संकट द्वारा, नानक शरण गही स्वामी की। पुनः पुनः नमस्कारा, जन्म मरण काटे गुरबचनी। बहुड़ ना संकट द्वारा, नानक शरण गही स्वामी की। पुनः पुनः नमस्कारा। वाहिगुरु जी का खालसा, वाहिगुरु जी की फतेह। धन धन साहिब महाराज गरीब नवाज, वाली दो जहान, चवर छतर तखत दे मालक। गुरता गद्दी ते विराजमान जुगो जुग अटल साहिब महाराज श्री गुरु ग्रंथ साहिब सच्चे पातशाह जी की पावन पवित्र हजूरी अंदर जुड़ बैठी। गुरु दे प्यार वाली, गुरु की साजी नवाजी साध संगत जी, सतगुरां दी अपर अपार मेहर कृपा रहमत हुई है। अमृत वेले गुरु चरनां विच हाजरी भरन दा सुभागा समां प्राप्त होया है। अमृत वेले तो नितनेम दीआं बाणियां दे जाप होए। आशा जी दी वार दे कीर्तन गुरमुखां पासों सरवण कीते ने ते चल रही लड़ीवार कथा आद श्री गुरु ग्रंथ साहिब जी की सरवण करन लई आपां गुरु चरनां विच जुड़ के बैठे हैं। ये पावन शब्द
ਟੋਡੀ ਰਾਗ ਦੇ ਵਿੱਚ ਹੈ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸਾਹਿਬ ਜੀ ਮਹਾਰਾਜ ਕੀ ਉਪਦੇਸ਼ ਦਿੰਦੇ ਨੇ, ਆਓ ਸਰਵਣ ਕਰੀਏ। ਸਾਧ ਸੰਗ ਹਰ ਹਰ ਨਾਮ ਚਿਤਾਰਾ। ਸਤ ਸੰਗਤ ਵਿੱਚ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਚੇਤੇ ਕੀਤਾ ਜਾਂਦਾ ਹੈ। ਸਾਧ ਸੰਗ ਗੱਗੇ ਨੂੰ ਸਿਹਾਰੀ ਹੈ, ਸਾਧ ਸੰਗੀ ਹੋ ਜਾਂਦਾ। ਸਾਡੇ ਅੰਦਰ ਜਿਹੜਾ ਸਾਧ ਹੈ ਉਹਨੂੰ ਚਿੱਤ ਕਿਹਾ ਜਾਂਦਾ ਹੈ। ਇਹ ਸਾਧ ਹੈ। ਜਿੰਨਾ ਚਿਕਰ ਮਨ ਚਿੱਤ ਦਾ ਸੰਗੀ ਨਹੀਂ ਬਣਦਾ, ਉਨਾ ਚਿਕਰ ਇਹ ਨਾਮ ਨਹੀਂ ਚਿਤਾਰ ਸਕਦਾ। ਉਨਾ ਚਿਕਰ ਇਹਨੂੰ ਨਾਮ ਦੀ ਸੋਝੀ ਨਹੀਂ ਆਉਣੀ, ਨਾਮ ਨਹੀਂ ਜਪ ਸਕਦਾ। ਇਹ ਤਦੋਂ ਹੀ ਸੰਭਵ ਹੁੰਦਾ ਹੈ ਜਦੋਂ ਗੁਰੂ ਕਿਰਪਾ ਕਰਦਾ, ਗੁਰੂ ਰਹਿਮਤ ਕਰਦਾ, ਜਿੱਤੇ ਬਖਸ਼ਿਸ਼ ਹੁੰਦੀ ਹੈ। ਸੋ ਉਸ ਦਾ ਮਨ ਜਿਹੜਾ ਸੋ ਉਹ ਸਾਧ ਦਾ ਸੰਗੀ ਹੋ ਕੇ ਨਾਮ ਨੂੰ ਚੇਤੇ ਕਰਦਾ। ਭਾਵ ਚਿੱਤ ਦੇ ਨਾਲ ਮਨ ਦਾ ਜੁੜ ਜਾਣਾ, ਸੋ ਉਹਨੂੰ ਕਿਹਾ ਜਾਂਦਾ ਸਾਧ ਸੰਗੀ। ਸਾਧ ਸੰਗੀ ਕਹਿੰਦੇ ਸਹਿਜ ਆਨੰਦ ਹੋਵੈ ਦਿਨ ਰਾਤੀ। ਸਹਿਜ ਅਵਸਥਾ ਬਣਦੀ ਹੀ ਤਦੀ ਹੈ। ਜਿੰਨਾ ਚਿਕਰ ਸਹਿਜ ਅਵਸਥਾ ਨਹੀਂ, ਉਹਨਾਂ ਚਿਕਰ ਦਿਨ ਰਾਤ ਦਾ ਆਨੰਦ ਹੀ ਨਹੀਂ ਬਣ ਸਕਦਾ। ਮਨ ਕਲਪਨਾ ਦੇ ਵਿੱਚ ਪਿਆ ਰਹਿੰਦਾ। ਕਲਪਨਾ ਨੂੰ ਹੀ ਕਲਯੁਗ ਕਿਹਾ ਹੋਇਆ। ਕਲਪਨਾ ਹੀ ਕਲਾ ਹੈ। ਕਲਪਨਾ ਦੇ ਵਿੱਚ ਬੰਦੇ ਦੀ ਮੱਤ ਮਾਰੀ ਜਾਂਦੀ ਹੈ। ਸੋ ਇਹ ਜਿਹੜੀਆਂ ਕਲਪਨਾਵਾਂ ਨੇ ਬੰਦੇ ਨੂੰ ਪਾਗਲ ਕਰ ਦਿੰਦੀਆਂ, ਜਿਹੜੀਆਂ ਕਲਪਨਾਵਾਂ ਨੇ। ਅਤੇ ਜਦੋਂ ਮਨ ਚਿੱਤ ਇੱਕ ਹੋਏ, ਫਿਰ ਇਹ ਸਹਿਜ ਵਿੱਚ ਆਇਆ। ਕਲਪਨਾਵਾਂ ਖਤਮ ਹੋਈਆਂ, ਉਤਾਰ ਚੜ੍ਹਾਅ ਮਨ ਦੀ ਖਤਮ ਹੋਏ, ਦੌੜ ਭੱਜ ਮਨ ਦੀ ਖਤਮ ਹੋਈ। ਅਤੇ ਉਹ ਸਹਿਜ ਵਿੱਚ ਆਨੰਦ ਹੈ। ਜਿਹੜਾ ਸਹਿਜ ਦਾ ਆਨੰਦ ਹੈ ਉਹ ਦਿਨ ਰਾਤ ਦਾ ਆਨੰਦ ਹੈ। ਉਂਝ ਜਿਹੜੇ ਮਾਇਆਵੀ ਆਨੰਦ ਨੇ ਉਹਨਾਂ ਦਾ ਕੁਝ ਟਾਈਮ ਪੀਰੀਅਡ ਹੈ, ਕੁਝ ਮਿੰਟਾਂ ਲਈ, ਕੁਝ ਘੰਟਿਆਂ ਲਈ, ਹਾਂਜੀ, ਕੁਝ ਦਿਨਾਂ ਦਾ ਹੋਵੇਗਾ, ਮਹੀਨਿਆਂ ਸਾਲਾਂ ਦਾ ਹੋਵੇਗਾ, ਜ਼ਿਆਦਾ ਨਹੀਂ ਹੁੰਦਾ। ਸੋ ਜ਼ਿਆਦਾ ਨਹੀਂ। ਜਿਹੜੇ ਸਾਲਾਂ ਦੇ ਵੀ ਆਨੰਦ, ਉਹ ਵੀ ਸਾਲਾਂ ਦੀ ਕਿੰਨੀ ਕਿੰਨੀ ਵਾਰੀ ਬੇਰਸੀ ਹੁੰਦੀ ਹੈ, ਫੇਰ ਰਸ ਬਣਦਾ, ਫੇਰ ਬੇਰਸੀ ਹੁੰਦੀ ਹੈ। ਸੋ ਇਹ ਜਿਹੜੇ ਮਾਇਆਵੀ ਆਨੰਦ ਹੁੰਦੇ ਨੇ ਨਾ, ਇਹ ਸਦਾ ਦੇ ਆਨੰਦ ਨਹੀਂ ਹੁੰਦੇ, ਦਿਨ ਰਾਤ ਵਾਲੇ ਆਨੰਦ ਨਹੀਂ ਹੁੰਦੇ। ਅਤੇ ਜਿਹੜਾ ਸਹਿਜ ਦਾ ਆਨੰਦ ਹੈ ਇਹ ਦਿਨ ਰਾਤ ਦਾ ਆਨੰਦ ਹੈ। ਕਿਉਂਕਿ ਦਿਨੇ ਨੂੰ ਜਿਹੜਾ ਬੰਦਾ ਆ ਇਹ ਹੋਰ ਕਿਸੇ ਆਨੰਦ, ਕਿਸੇ ਪਾਸੇ ਆਨੰਦ ਲੱਭਦਾ, ਰਾਤ ਨੂੰ ਹੋਰ ਕਿਸੇ ਪਾਸੇ ਆਨੰਦ ਲੱਭਦਾ। ਇਹਦੇ ਆਨੰਦ ਦੇ ਵੀ ਜਿੱਦਾਂ ਵੈਰਾਇਟੀਆਂ ਨੇ ਸਾਰੀਆਂ। ਅਤੇ ਜਿਹੜਾ ਸਹਿਜ ਦਾ ਆਨੰਦ ਹੈ, ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ, ਇਹਨੂੰ ਤਾਂ ਕੋਈ ਫਰਕ ਨਹੀਂ ਹੈ ਨਾ। ਅਤੇ ਸਹਿਜ ਦੇ ਆਨੰਦ ਨੂੰ ਦਿਨ ਰਾਤ ਦੇ ਨਾਲ ਕੋਈ ਮਤਲਬ ਨਹੀਂ ਹੈ। ਜਿਹੜਾ ਮਾਇਆਵੀ ਆਨੰਦ ਹੈ, ਸੋ ਉੱਥੇ ਦਿਨ ਰਾਤ ਨੂੰ ਮਤਲਬ ਹੈ। ਦਿਨ ਰਾਤ ਦੇ ਨਾਲ ਸੰਬੰਧਿਤ ਉਸ ਦਾ ਆਨੰਦ ਹੈ, ਜਿਹੜਾ ਮਾਇਆਵੀ ਆਨੰਦ ਹੈ। ਅਤੇ ਜਿਹੜਾ ਸਹਿਜ ਦਾ ਆਨੰਦ, ਇਹਨੂੰ ਦਿਨ ਰਾਤ ਨਾਲ ਕੋਈ ਮਤਲਬ ਨਹੀਂ ਹੈ। ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ, ਜਿਹੜੀ ਸਹਿਜ ਅਵਸਥਾ ਉਹ ਆਨੰਦ ਦਿੰਦੀ ਹੀ ਦਿੰਦੀ ਹੈ। ਦਿਨ ਰਾਤ ਨੂੰ ਆਪਾਂ ਹਮੇਸ਼ਾ ਹਮੇਸ਼ਾ ਉਹਦਾ ਆਨੰਦ ਬਣਿਆ ਰਹਿੰਦਾ। ਅੰਕੁਰ ਭਲੋਂ ਹਮਾਰਾ। ਅੰਕੁਰ ਹੁੰਦਾ ਬੀਜ ਦਾ ਫੁੱਟਣਾ, ਉਹਨੂੰ ਅੰਕੁਰ ਕਿਹਾ ਜਾਂਦਾ। ਅਤੇ ਜਿੰਨਾ ਚਿਕਰ ਬੀਜ ਨੂੰ ਉਹ ਮਿੱਟੀ ਨਹੀਂ ਮਿਲਦੀ, ਮੌਸਮ ਨਹੀਂ ਮਿਲਦਾ, ਰੁੱਤ ਨਹੀਂ ਮਿਲਦੀ, ਉਹ ਮਾਹੌਲ ਨਹੀਂ ਮਿਲਦਾ ਧਰਤੀ ਦੇ ਵਿਚਲਾ, ਭਾਵੇਂ ਧਰਤੀ 'ਚੋਂ ਬੀਜ ਉੱਗਦਾ, ਧਰਤੀ ਵਿੱਚ ਬੀਜ ਪਾ ਦਿਓ ਬੀਜ ਉੱਗ ਜਾਂਦਾ ਹੈ। ਅਤੇ ਵੀ ਜੇ ਹੁਣ ਧਰਤੀ ਸੁੱਕੀ ਪਈ, ਧਰਤੀ ਬੰਜਰ ਪਈ ਆ, ਅਤੇ ਬੀਜ ਕਿੱਦਾਂ ਉੱਗ ਜੂ? ਧਰਤੀ ਬੱਤਰ ਚਾਹੀਦੀ ਹੈ, ਧਰਤੀ ਪੋਲੀ ਚਾਹੀਦੀ ਹੈ, ਨਰਮ ਚਾਹੀਦੀ ਹੈ। ਬਾਹਰ ਧਰਤੀ ਦੇ ਉੱਤੇ ਉਹੋ ਜਿਹੀ ਰੁੱਤ ਚਾਹੀਦੀ ਹੈ, ਫਿਰ ਕਿਤੇ ਜਾ ਕੇ ਉਹ ਬੀਜ ਜਿਹੜਾ ਉਹ ਉੱਗਦਾ। ਅਤੇ ਜਿੰਨਾ ਚਿਕਰ ਉਹ ਮਾਹੌਲ ਨਹੀਂ ਮਿਲਦਾ ਬੀਜ ਨੂੰ, ਉਨਾ ਚਿਕਰ ਬੀਜ ਜਿਹੜਾ ਜੀਵ ਹੈ ਬੀਜ ਦੇ ਵਿੱਚ ਪਿਆ ਰਹਿੰਦਾ। ਅਗਰ ਬੀਜ ਦਲਿਆ ਗਿਆ ਤਾਂ ਜੀਵ ਨਿਕਲ ਗਿਆ। ਫਿਰ ਦਾਲ ਨੂੰ ਜਿੱਦਾਂ ਮਰਜ਼ੀ ਬੀਜ ਲਓ, ਉੱਗ ਜਾਊ। ਅੱਬ ਕਿਉਂ ਉਗਵੈ ਦਾਲ, ਨਹੀਂ ਉੱਗਦੀ ਦਾਲ। ਸੋ ਉਹ ਚੰਗੇ ਕਰਮਾਂ ਦਾ ਸ਼ੁਭ ਬੀਜ ਸੀ। ਬੀਜ ਸੀਗਾ, ਨਹੀਂ ਦਾਲ ਹੋਇਆ, ਬੀਜ ਸੀਗਾ। ਪਰ ਜਦੋਂ ਹੀ ਮਾਹੌਲ ਬਣਿਆ, ਗੁਰਮੁਖਾਂ ਦੇ ਨਾਲ ਮੇਲ ਜੋੜ ਹੋਣਾ ਸ਼ੁਰੂ ਹੋ ਗਿਆ, ਹਾਂਜੀ,
ਤੇ ਬੜਾ ਫਰਕ ਪੈਂਦਾ ਜਦੋਂ ਮਾਹੌਲ ਬਣਦਾ ਹੈ। ਉਹ ਫਿਰ ਜਿਹੜਾ ਸ਼ੁਭ ਕਰਮ ਦਾ ਬੀਜ ਸੀ ਉਹ ਅੰਕੁਰ ਉਹ ਫੁੱਟ ਪਿਆ। ਜੇ ਇੱਕ ਹੋਏ ਤਾਂ ਉਗਵੈ, ਬਸ ਉਹਨੂੰ ਮਾਹੌਲ ਮਿਲ ਗਿਆ, ਇੱਕ ਸੀਗਾ ਹੀ ਤੇ ਉੱਗ ਗਿਆ। ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। ਉੱਗਦਾ ਫਿਰ ਉਹਨੇ ਬ੍ਰਿਸ਼ ਤਾਂ ਬਣਨਾ ਹੀ ਹੈ। ਬਸ ਜਦੋਂ ਹੀ ਬ੍ਰਿਸ਼ ਬਣਦਾ ਫਿਰ ਇਹਦੇ ਵਿੱਚ ਰਾਮ ਰਮਦਾ। ਤਰਵਰ ਰੂਪੀ ਰਾਮ ਹੈ। ਜਦੋਂ ਰਾਮ ਰਮਦਾ ਨਾ ਫਿਰ ਇਹਨੂੰ ਇੱਦਾਂ ਬੈਰਾਗ ਦਾ ਫਲ ਲੱਗਦਾ। ਫਲ ਰੂਪੀ ਬੈਰਾਗ ਆ ਜਾਣਾ ਕਿਤੇ ਛੋਟੀ ਜਿਹੀ ਗੱਲ ਥੋੜ੍ਹੀ ਹੈ। ਸੋ ਬੈਰਾਗ ਆਉਣਾ ਨਾਲ ਜਿਹੜਾ ਕੁਦਰਤ ਵੱਲੋਂ, ਜਿਹੜਾ ਰੱਬ ਵੱਲੋਂ ਜਿਹੜਾ ਵਿਰਾਗ ਮਿਲਦਾ ਉਹ ਬੜੀ ਵੱਡੀ ਦਾਤ ਹੁੰਦੀ ਹੈ। ਇੱਕ ਤਾਂ ਹੱਠ ਕਰਕੇ ਵਿਰਾਗ ਹੁੰਦਾ, ਹੱਠ ਕਰਕੇ ਬੰਦਾ ਘਰ-ਬਾਰ ਛੱਡ ਦਿੰਦਾ, ਪਰਿਵਾਰ ਛੱਡ ਦਿੰਦਾ, ਖਾਣਾ ਪੀਣਾ ਛੱਡ ਦਿੰਦਾ। ਇਹ ਕਾਹਦਾ ਵਿਰਾਗ ਹੈ? ਵਿਰਾਗ ਹੁੰਦਾ ਕੁਦਰਤੀ ਹੋ ਜਾਵੇ, ਮੋਹ ਹੀ ਟੁੱਟ ਜਾਵੇ, ਅੰਦਰੋਂ ਜਿਹਨਾਂ ਦਾ ਮੋਹ ਟੁੱਟਾ। ਇਹ ਜਦੋਂ ਤਰਵਰ ਰੂਪੀ ਰਾਮ ਬਣਦਾ ਨਾ, ਜਦੋਂ ਉੱਗਦਾ ਉਦੋਂ ਹੁੰਦਾ ਹੈ, ਉਦੋਂ ਕਿਰਪਾ ਹੁੰਦੀ ਹੈ। ਇਹ ਤਾਂ ਕਿਰਪਾ ਹੋ ਗਈ। ਅੰਕਰ ਭਲੋ ਹਮਾਰਾ, ਅਤੇ ਮੇਰਾ ਜਿਹੜਾ ਭਲਾ ਕਰਮ ਸੀਗਾ, ਬੀਜ ਸੀਗਾ ਮੇਰੇ ਅੰਦਰ, ਉਹ ਫੁੱਟ ਪਿਆ। ਹੁਣ ਕਹਿੰਦੇ ਰਹਾਓ ਜੰਮਿਆ ਆ। ਗੁਰਪੁਰਾ ਭੇਟਿਓ ਬਡ ਭਾਗੀ। ਪੂਰੇ ਗੁਰੂ ਦੇ ਨਾਲ ਕਿੱਥੇ ਭੇਟ ਹੁੰਦੀ ਹੈ? ਕਿਤੇ ਬਹੁਤ ਚੰਗੇ ਕਰਮ ਹੋਣ ਫਿਰ ਕਿਤੇ ਪੂਰੇ ਗੁਰੂ ਦੇ ਨਾਲ ਭੇਟ ਹੁੰਦੀ ਹੈ, ਮੇਲ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨੇ, ਅਸੀਂ ਤਾਂ ਨਾ ਆਪਣਾ ਟਾਈਮ ਦੇਖਦੇ ਹਾਂ, ਜਿੱਦਾਂ ਵੀ ਵੇਲ ਹੋਊ ਤਾਂ ਜਾਣ। ਨਹੀਂ, ਇਹ ਨਹੀਂ ਗੱਲ ਹੈਗੀ। ਦਰਅਸਲ ਸਾਡਾ ਕਰਮ ਹੀ ਨਹੀਂ ਬਣਿਆ, ਕਰਮ ਹੀ ਨਹੀਂ ਆਇਆ ਚੰਗਾ। ਜਦੋਂ ਕਰਮ ਚੰਗਾ ਆ ਜਾਂਦਾ ਫਿਰ ਸਾਰੀਆਂ ਵਿਧੀਆਂ ਬਣ ਜਾਂਦੀਆਂ, ਵੇਲ ਵੀ ਨਿਕਲ ਆਉਂਦਾ, ਫਿਰ ਸਭ ਕੁਛ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨੇ, ਇੱਕ ਤਾਂ ਪ੍ਰਤੱਖ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦੀਦਾਰ ਕਰਨੇ, ਅਤੇ ਇੱਕ ਹੁੰਦਾ ਸ਼ਬਦ ਦੇ ਨਾਲ ਜਦੋਂ ਮੇਲ ਹੁੰਦਾ ਹੈ, ਜਦੋਂ ਸ਼ਬਦ ਦੀ ਸੋਝੀ ਆਉਣ ਲੱਗ ਪੈਂਦੀ ਹੈ। ਗੁਰਪੂਰਾ ਭੇਟਿਓ ਬਡ ਭਾਗੀ, ਮਨ ਹੈ ਪਿਆ ਪ੍ਰਗਾਸਾ। ਜਦੋਂ ਮਨ ਦੇ ਅੰਦਰ ਪ੍ਰਕਾਸ਼ ਹੁੰਦਾ ਹੈ, ਉਹ ਹੈ ਸ਼ਬਦ ਦੀ ਸੋਝੀ। ਜਦੋਂ ਸ਼ਬਦ ਉਹ ਜਿਹੜਾ ਮੇਲ ਹੈ ਨਾ, ਉਹ ਮੇਲ ਸदैवी ਮੇਲ। ਫਿਰ ਤੋਹੀ ਮੋਹੀ ਤੋਹੀ, ਫਿਰ ਮਤਲਬ ਬਿਲਕੁਲ ਸਨਮੁਖ ਹੁੰਦਾ ਗੁਰੂ ਦੇ ਸਨਮੁਖ। ਹਰ ਵਕਤ ਗੁਰੂ ਦੀ ਹਾਜ਼ਰੀ ਵਿੱਚ ਹੀ ਰਹਿੰਦਾ। ਜਦੋਂ ਸ਼ਬਦ ਦੇ ਨਾਲ ਮੇਲ ਸਦਾ ਹੋ ਜਾਂਦਾ ਹੈ, ਅਤੇ ਉਹ ਫਿਰ ਮਨ ਦੇ ਅੰਦਰ ਇਹਦੇ ਖੁਸ਼ੀ ਹੁੰਦੀ, ਖੇੜਾ ਹੁੰਦਾ, ਉਹਨੂੰ ਭਗਤ ਕਿਹਾ ਜਾਂਦਾ। ਮਹਾਰਾਜ ਨਾਨਕ ਭਗਤਾਂ ਸਦਾ ਵਿਕਾਸ। ਜਿਹੜਾ ਭਗਤ ਹੈ ਉਸ ਦੇ ਮਨ ਵਿੱਚ ਹਮੇਸ਼ਾ ਵਿਕਾਸ ਹੈ, ਉਸ ਦੇ ਮਨ ਅੰਦਰ ਹਮੇਸ਼ਾ ਖੇੜਾ ਜਿਹੜਾ ਭਗਤ ਹੁੰਦਾ। ਸੋ ਨਾਨਕ ਭਗਤਾਂ ਸਦਾ ਵਿਕਾਸ। ਭਗਤ ਦੇ ਅੰਦਰ ਮਨ ਵਿੱਚ, ਮਨ ਦੇ ਅੰਦਰ ਹਮੇਸ਼ਾ ਵਿਕਾਸ ਹੁੰਦਾ, ਖੁਸ਼ੀ ਹੁੰਦੀ, ਖੇੜਾ ਹੁੰਦਾ ਹੈ। ਜਦੋਂ ਸ਼ਬਦ ਦੀ ਇਸ ਨੂੰ ਸੋਝੀ ਪੈਂਦੀ ਹੈ ਨਾ, ਉਸ ਵੇਲੇ ਇਸ ਦੇ ਅੰਦਰ ਸੋ ਖੁਸ਼ੀ ਹੈ, ਖੇੜਾ ਆ, ਫਿਰ ਆਉਂਦਾ। ਉਹ ਉਹਦਾ ਤਾਂ ਮਾਇਆ ਵੀ ਖੁਸ਼ੀ ਵੀ ਆਉਂਦੀ ਹੈ। ਜਿਹੜੀ ਮਾਇਆ ਦੀ ਖੁਸ਼ੀ ਹੁੰਦੀ ਨਾ, ਮਾਇਆ ਵੀ ਖੁਸ਼ੀ ਦਾ ਮਤਲਬ ਹੁੰਦਾ ਸੰਸਾਰਿਕ ਖੁਸ਼ੀ। ਸੰਸਾਰਿਕ ਖੁਸ਼ੀ ਨੂੰ ਕਿਹਾ ਜਾਂਦਾ ਮਾਇਆ ਵੀ ਖੁਸ਼ੀ। ਪਰ ਇਹ ਜਿਹੜੀ ਖੁਸ਼ੀ, ਜਿਹੜੀ ਸ਼ਬਦ ਦੀ ਸੋਝੀ ਦੀ ਖੁਸ਼ੀ, ਇਹ ਮਨ ਦਾ ਵਿਕਾਸ ਹੈ। ਉਹਨੂੰ ਫਿਰ ਭਗਤ ਕਿਹਾ ਜਾਂਦਾ। ਨਾਨਕ ਭਗਤਾਂ ਸਦਾ ਵਿਕਾਸ, ਹਮੇਸ਼ਾ ਉਹ ਵਿਕਾਸ ਬਣਿਆ ਰਹਿੰਦਾ ਹੈ। ਉਹਦੇ ਬਾਰੇ ਮਹਾਰਾਜ ਕਹਿੰਦੇ, ਇੱਥੇ ਕਹਿੰਦੇ ਗੁਰਪੂਰਾ ਭੇਟਿਓ ਬਡ ਭਾਗੀ। ਪੂਰੇ ਗੁਰੂ ਦੇ ਨਾਲ ਜਿਹੜਾ ਮੇਲ ਹੁੰਦਾ, ਵੱਡੇ ਪੱਗ ਬਡ ਭਾਗੀ ਕਹਿ ਦਿੱਤਾ ਹੈ। ਇਹਦਾ ਮਤਲਬ ਸ਼ਬਦ ਦਾ ਮੇਲ ਹੈ, ਸ਼ਬਦ ਦਾ ਮੇਲ ਹੈ। ਜਿਹੜਾ ਉੱਦਾਂ ਮੇਲ ਹੁੰਦਾ ਸੋ ਉਹਦੇ 'ਚ ਨਹੀਂ, ਉਹ ਤਾਂ ਇੱਕ ਕਰਮ ਆਇਆ ਸੀ, ਇਹਦੇ ਕੋਲ ਸਾਂਭਿਆ ਨਹੀਂ ਗਿਆ। ਜੇ ਤਾਂ ਗੁਰੂ ਦੇ ਨਾਲ ਜਿਹਦਾ ਮੇਲ ਹੁੰਦਾ ਹੀ ਆ, ਪਰ ਕਰਮ ਤਾਂ ਬਣਿਆ, ਕਰਮ ਆਇਆ, ਪਰ ਉਹ ਸ਼ਬਦ ਨਹੀਂ ਸਾਂਭ ਹੋਇਆ ਜੋ ਸਤਿਗੁਰੂ ਜੀ ਕਹਿ ਰਹੇ ਨੇ। ਸੋ ਉਹ ਸ਼ਬਦ ਨਹੀਂ ਸਾਂਭ, ਸ਼ਬਦ ਸਾਂਭਣਾ ਬੜਾ ਜ਼ਰੂਰੀ ਹੈ। ਉਹ ਮਨ ਤਿਆਰ ਹੋਣਾ ਚਾਹੀਦਾ। ਹੁਣ ਭਾਂਡਾ ਤਿਆਰ ਹੋਊ, ਉਹਦੇ ਵਿੱਚ ਵਸਤੂ ਪਊ। ਭਾਂਡਾ ਤਿਆਰ ਹੀ ਨਹੀਂ, ਵਸਤੂ ਪੈਣੀ ਨਹੀਂ। ਜੇ ਪੈ ਵੀ ਗਈ, ਵਸਤੂ ਸਾਂਭੀ ਨਹੀਂ ਜਾਂਦੀ ਹੈ। ਇਸ ਕਰਕੇ ਇਹ ਤਿਆਰ ਹੋਵੇ, ਮਨ ਦਾ ਤਿਆਰ ਹੋਵੇ ਗੁਰੂ ਦੀ ਗੱਲ ਸੁਣਨ ਵਾਸਤੇ, ਗੁਰੂ ਦੀ ਗੱਲ ਲੈਣ ਵਾਸਤੇ। ਅਤੇ ਗੁਰਪੂਰਾ ਭੇਟਿਓ ਬਡ ਭਾਗੀ।
जाको अंत न पारा वारा तदे ही कहेगा। जे गुरु दे शब्द दी समझ आवेगी फिर कहेगा ते हे सतगुरु जी भई मैं मतलब तेरियां दातां दा अंत नहीं पा सकदा, तेरे गुणां दा अंत नहीं पा सकदा, सो मैं तो किसी भी पक्ष तो तेरा अंत नहीं पा सकदा। जे शब्द की सोझी वो फिर ही कहेगा। जिन्हें शब्द की सोझी नहीं है फिर अपने दुखड़ा रोवेगा। फिर दिन सिस्टम होंदा है। फिर जाको अंत ना पारा वारा, जो शब्द की सोझी पैंदी फिर मतलब गुरु इस नूं दसदा, गाइड करदा। किहदे संबंध में गुरु दसदा? गुरु रब के संबंध में, क्योंकि रब ही है जिहदा अंत नहीं पाया जा सकता। बाकी तो हर एक चीज़ का अंत है। ये सृष्टि एड्डी वड्डी है, इहदा भी अंत है। आदि दा आद है, उहदा अंत भी है। भी करोड़ां खंड ब्रह्मंड उन्हां दा आद है। अगर उन्हां दा आद है तो उन्हां दा अंत भी है। 84 लाख जोन उसने पैदा कर दी, सबना दा आद है। सबना दा आद है तो फिर उन्हां दा अंत भी है। उन्हां दा अंत भी है। सो ये जिहड़ा रब आ पार ब्रह्म परमेश्वर, इसका कोई आद नहीं है, इसका जन्म नहीं है। सच्चे पातशाह कहते थापिया ना जाए कीता ना होए, इस करके उसका अंत भी नहीं है। जिसका जन्म नहीं है उसकी मौत भी नहीं है। हुण जिसका जन्म है मौत भी अवश्य है उसकी। ये गल गुरु समझाता है। जाका अंत ना पारा वारा, भाई वो अकाल पुरख दे अंत का कोई पारावार नहीं है। हुण गुरबाणी विच महाराज ने सोझी जो दे दी, कहते भी तू बेअंत को बिरला जान। तो उंज तो बेअंत तो सारे ही कह देवांगे। आपां कहते भी बड़ा बेअंत है जी, भी बेअंत किस हिसाब दे नाल बेअंत वेखदा? भी ये दाता नूं देख के बेअंत कहंदा, कुदरत नूं देख के बेअंत कहंदा, अपने शरीर की रचना नूं देख के बेअंत कहंदा है। तो जां जदों कौतक वरत जाते उन्होंने देख के बेअंत कहते। तो हुण सो मतलब ये ते डिपेंड करता भी किहनूं देख के बेअंत कहंदा पिया। तो जे ब्रह्मलीन हो के जदों ब्रह्मलीन हुंदा ना तो उदों बेअंत कहंदा, उदों फिर बेअंत कहण दी गल ही होर है। क्योंकि ब्रह्म की सोझी पै गई, ब्रह्म की पहचान आ गई। फिर पता लगदा मिट्टी दे विच रब, मिट्टी दे विच ब्रह्म। आ शरीर मिट्टी है, शरीर मिट्टी है, ये ब्रह्म है। जदों ब्रह्म की इसनूं सोझी आउंदी है तो उस वेला फिर जदों ये बेअंत कहता, वो बेअंत कहण विच बड़ा फर्क हुंदा, बड़ा फिर फर्क हुंदा। फिर वो बेअंत कहना मुकदा ही नहीं है। कोई भी गल लै लवे ना, कोई भी, तो उहदे विचों बेअंतता ही बेअंतता ही चली जाती। बेअंत मुकदे ही नहीं। गुण इन्ने क गुण ने, गुणां दा तो भरिया होया, भरिया होया। असीं अवगुणां दे भरे हुए हैं। पर जदों ब्रह्म लीन हुंदा ना, जदों ब्रह्म की सोझी हुंदी है तो फिर ये बेअंत दसदा किद्दां बेअंत है। सारी गुरबाणी जिन्हां दी बाणी है भाई, उन्होंने जदों उन्हूं बेअंत दस्सिया तो उहदा कोई अंत है? वो जिद्दां जिद्दां बेअंत दसदे ने बाणी दे विच। तो जाको अंत ना पारावारा, उसदे पारावार का अंत नहीं, उसदा ही अंत नहीं है, उसदा कोई अंत ही नहीं है। कर काढ़ लियो जन अपना, बिख सागर संसारा। ये जिहड़ा संसार है इनू विषय विकारां दा समुंदर कह दिता, जहर दा समुंदर कह दिता। कहते काम क्रोध नगर बाव भरिया, मिल साधु खंडल खंडा है। सो किते इनू नगर कहता, शरीर नू भी नगर कह दिता, संसार नू, सारे संसार नू कोठड़ी कह दिता, किते शरीर नू मंदिर कह दिता, है ना। से प्रकरण के हिसाब के नाल जिमें जिमें प्रकरण चलदा उस तरीके दे नाल उहो जी भाषा भी गुरु ने वरत दिती है। सो ये संसार जिहड़ा बिख सागर है, इत्थे जिहड़ा पानी जिहड़ा अद्दां आपां समुंदर देखदे हां ते भी इदां दा पानी
ਇਹ ਬਿਖ ਸਾਗਰ, ਬਿਖ ਹੈ, ਜ਼ਹਿਰ ਹੈ, ਸਾਰੇ ਪਾਸੇ ਜ਼ਹਿਰ। ਬਿਖ ਕਿਹਨੂੰ ਕਿਹਾ ਜਾਂਦਾ? ਮਾਇਆ ਨੂੰ। ਮਾਇਆ ਦਾ ਪ੍ਰਤਾਪ ਹੈ ਇੱਥੇ, ਮਾਇਆ ਦਾ ਸਾਰੇ ਪਾਸੇ ਮਾਇਆ ਦਾ ਪ੍ਰਤਾਪ। ਨਹੀਂ ਨਿਕਲਦਾ ਕੋਈ ਵੀ ਇਹਦੇ ਵਿੱਚ, ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਨਿਕਲ ਜਾਵੇ। ਸਮੁੰਦਰ ਦੇ ਵਿੱਚ ਜੇ ਕੋਈ ਡੁੱਬ ਗਿਆ ਨਾ, ਇਹਦੇ ਵਿੱਚੋਂ ਨਿਕਲਣਾ ਔਖਾ। ਜੇ ਕੋਈ ਤਾਰੂ ਵੀ ਆ ਨਾ, ਉਹ ਵੀ ਸਮੁੰਦਰ 'ਚ ਨਹੀਂ ਨਿਕਲ ਸਕਦਾ। ਕਿੰਨਾ ਕੁ ਚਿਰ ਤਰ ਲਊ? ਸਰੀਰ ਦੇ ਵਿੱਚ ਜਿੰਨਾ ਬਲ ਹੈ ਉਨਾ ਕੀ ਤਰੂਗਾ, ਆਖਿਰਕਾਰ ਬਲ ਥੱਕਣਾ ਹੀ ਹੈ। ਸਮੁੰਦਰ ਨੂੰ ਜੇ ਤਰਨਾ ਤਾਂ ਜਹਾਜ਼ ਦੀ ਲੋੜ ਹੈ, ਬਿਨਾਂ ਜਹਾਜ਼ ਤੋਂ ਸਮੁੰਦਰ ਨੂੰ ਉਤਰਿਆ ਨਹੀਂ ਜਾ ਸਕਦਾ ਹੈ। ਫਿਰ ਇਹ ਜਿਹੜਾ ਸੰਸਾਰੇ ਬਿਖ ਸਾਗਰ ਹੈ, ਇਹਨੂੰ ਤਰਨ ਵਾਸਤੇ ਜਹਾਜ਼ ਦੀ ਲੋੜ ਹੈ, ਗੁਰੂ ਦੇ ਚਰਨਾਂ ਦੀ ਲੋੜ ਹੈ। ਚਰਨ ਬੋਹਿਤ ਚਾਹੀਦੇ ਨੇ, ਜਹਾਜ਼ ਚਾਹੀਦਾ, ਫਿਰ ਇਸ ਸੰਸਾਰ ਨੂੰ ਤਰਿਆ ਜਾ ਸਕਦਾ। ਫਿਰ ਹੁਣ ਅਸੀਂ ਇਹ 'ਚ ਡੁੱਬਦੇ ਪਏ ਹਾਂ। ਬਿਖ ਸਾਗਰ ਹੈ ਨਾ, ਅਸੀਂ ਡੁੱਬਦੇ, ਮਤਲਬ ਵਿਕਾਰਾਂ ਨੇ ਸਾਡੀ ਮੱਤ ਮਾਰ ਲਈ। ਵਿਕਾਰਾਂ ਨੇ ਸਾਡੀ ਮੱਤ ਮਾਰੀ ਹੋਈ ਆ। ਕਦੀ ਹਉਮੈ 'ਚ ਫਸ ਜਾਂਦੇ ਹਾਂ, ਕਦੀ ਕ੍ਰੋਧ ਵਿੱਚ, ਕਦੀ ਕਾਮ ਵਿੱਚ, ਕਦੀ ਲੋਭ ਦੇ ਵਿੱਚ, ਕਦੀ ਮੋਹ ਦੇ ਵਿੱਚ। ਸੋ ਨਿਕਲਦੇ ਹੀ ਨਹੀਂ ਹੈ, ਐਸੇ ਪਾ ਜਾਂਦੇ, ਗੋਤੇ ਖਾਂਦੇ ਆ। ਮਹਾਰਾਜ ਕਹਿੰਦੇ ਗੋਤੇ ਖਾਏ ਨਾ ਨਿਕਲੈ। ਕੋਈ ਨਿਕਲਦਾ? ਕੋਈ ਨਹੀਂ ਨਿਕਲਦਾ। ਉੱਥੇ ਫਿਰ ਮਹਾਰਾਜ ਕਹਿੰਦੇ ਨੇ, ਕਹਿੰਦੇ ਜਿਹੜਾ ਪੂਰਾ ਸਤਿਗੁਰੂ ਹੈ ਉਹ ਫਿਰ ਕੀ ਕਰਦਾ ਹੈ? ਕਹਿੰਦੇ ਕਰ ਗਹਿਲ ਕਾਢ ਲਿਓ ਜਨ ਆਪਣਾ। ਕਰ ਹੁੰਦਾ ਹੱਥ, ਉਹ ਫਿਰ ਹੱਥ ਫੜ ਕੇ ਬਾਹਰ ਕੱਢ ਲੈਂਦਾ। ਬਾਹਰ ਕਿਹਨੂੰ ਕੱਢਦਾ? ਜਿਹੜਾ ਉਹਦਾ ਜਨ ਬਣ ਜਾਂਦਾ, ਜਿਹੜਾ ਉਹਦਾ ਸੇਵਕ ਬਣ ਜਾਂਦਾ। ਆਪਣੇ ਸੇਵਕ ਨੂੰ ਕਦੀ ਉਹ ਡੁੱਬਣ ਦਿੰਦਾ ਹੀ ਨਹੀਂ ਹੈ। ਪਰ ਜੇ ਕਿਤੇ ਉਹ ਡੁੱਬ ਵੀ ਜਾਵੇ ਨਾ, ਹੁਣ ਭਾਈ ਸੋ ਸੇਵਕ ਵੀ ਤਾਂ ਡੁੱਬੇ ਹੀ ਜਾਂਦੇ ਆ। ਜਿੱਦਾਂ ਭਾਈ ਜੋਗਾ ਸਿੰਘ ਜੀ ਦੇ ਨਾਲ ਹੋਇਆ। ਭਾਈ ਜੋਗਾ ਸਿੰਘ ਬੜਾ ਤਕੜਾ ਸੇਵਾਦਾਰ ਨਹੀਂ, ਅਤੇ ਕਿੱਡਾ ਹੁਕਮ ਮੰਨਣੇ ਵਾਲਾ। ਡੁੱਬਣ ਲੱਗਾ, ਮਹਾਰਾਜ ਨੇ ਬਾਂਹ ਫੜ ਕੇ ਕੱਢ ਲਿਆ। ਸੋ ਨਹੀਂ ਡੁੱਬਣ ਦਿੰਦਾ। ਗੁਰੂ ਸਮਰੱਥਾ ਵਾਲਾ ਹੋਵੇ ਨਾ, ਉਹ ਨਹੀਂ ਡੁੱਬਣ ਦੇਵੇ। ਵਿਕਾਰਾਂ ਵਿੱਚ ਤਾਂ ਡੁੱਬਣ ਹੀ ਨਹੀਂ ਦੇਵੇਗਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਅਤੇ ਇਹ ਪੂਰੇ ਗੁਰੂ ਦੀ ਇਹ ਕਰਾਮਾਤ ਹੈ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਰ। ਜਿਨ੍ਹਾਂ ਨੂੰ ਕੱਢਿਆ ਉਹਨਾਂ ਨੇ ਕਹਿਣਾ ਹੀ ਹੈ, ਜਿਨ੍ਹਾਂ ਨੂੰ ਬਾਹਰ ਕੱਢ ਲਿਆ ਉਹਨਾਂ ਨੇ ਕਹਿ ਤਾ ਲੈ ਵੀ ਵਾਕਿਆ ਪੂਰੀ ਕਰਾਮਾਤ ਦਾ ਮਾਲਕ ਹੈ। ਬਖਸ਼ਿਸ਼ ਕਰਤੀ ਹੈ ਨਾ। ਜਿਹੜੇ ਵਿਕਾਰ ਨੇੜੇ ਨਹੀਂ ਆਉਂਦੇ, ਹੁਣ ਸੁਰਤ ਜੁੜਦੀ ਹੈ ਅਤੇ ਪੂਰੀ ਕਰਾਮਾਤ ਹੋ ਗਈ ਉਹਦੀ। ਸੰਸਾਰ ਦਾ ਮੋਹ ਟੁੱਟ ਗਿਆ, ਅੰਦਰੋਂ ਟੁੱਟਦਾ ਸੀ, ਕਿਤੇ ਟੁੱਟਦਾ ਸੀ ਮੋਹ। ਕਿੰਨੇ ਜਨਮ ਹੋ ਗਏ ਇਸ ਮੋਹ ਕਰਕੇ। ਮੂੰਹ ਦੇ ਉੱਤੇ ਮੂੰਹੇ ਮੂੰਹ ਪਾਣਾ ਖਾਹੇ, ਸੋ ਮੂੰਹੇ 'ਤੇ ਜੁੱਤੀਆਂ ਖਾਂਦੇ ਰਹੇ ਮੋਹ ਕਰਕੇ। ਪਰ ਮੋਹ ਤਾਂ ਪਿੱਛਾ ਨਹੀਂ ਛੱਡਿਆ ਸਾਡਾ। ਪਰ ਉਹਨੇ ਕਿਰਪਾ ਕਰ ਦਿੱਤੀ, ਰਹਿਮਤ ਕਰ ਦਿੱਤੀ। ਬਾਂਹ ਫੜ ਕੇ ਮੈਨੂੰ ਬਾਹਰ ਕੱਢ ਲਿਆ। ਬਾਂਹ ਕਿੱਦਾਂ ਫੜਦਾ ਹੈ? ਸਾਡੀ ਬੁੱਧ ਨੂੰ ਪਕੜ ਲੈਂਦਾ, ਬੁੱਧ ਨੂੰ ਉਹ ਕੈਚ ਕਰ ਲੈਂਦਾ। ਜਦੋਂ ਉਹਨੇ ਬੁੱਧ ਨੂੰ ਕੈਚ ਕਰ ਲਿਆ, ਪਕੜ ਲਿਆ ਨਾ, ਫਿਰ ਇਸ ਬੁੱਧ ਦੇ ਵਿੱਚ ਇਹ ਮਾੜੀ ਸੋਚ ਨਹੀਂ ਆਵੇਗੀ, ਮਾੜੀ ਸੋਚ, ਮਾੜਾ ਖਿਆਲ ਨਹੀਂ ਆਵੇਗਾ। ਫਿਰ ਚੰਗਾ ਹੀ ਆਵੇਗਾ, ਚੰਗਾ ਹੀ ਖਿਆਲ ਆਵੇਗਾ। ਚੰਗਾ ਕਰਨਾ, ਚੰਗਾ ਸੁਣਨਾ, ਚੰਗਾ ਬੋਲਣਾ, ਫਿਰ ਇੱਦਾਂ ਦਾ ਸੁਭਾਅ ਬਣ ਜਾਂਦਾ, ਨਿਕਲ ਜਾਂਦਾ, ਬਾਹਰ ਨਿਕਲ ਜਾਂਦਾ। ਇੱਦਾਂ ਬੁੱਧ ਨੂੰ ਪਕੜਦਾ। ਕਰ ਗਹਿ ਲਿਹੋ ਜਨ ਆਪਣਾ, ਆਪਣੇ ਜਨਾਂ ਨੂੰ ਇੱਦਾਂ ਬਾਹਰ ਕੱਢ ਲੈਂਦਾ ਹੈ। ਉਹਦੇ ਜਨ ਬਣਨਾ ਵੀ ਔਖਾ। ਉਹ ਕਿਰਪਾ ਕਰੂ ਫੇਰ ਹੀ ਜਨ ਬਣ ਸਕਦਾ, ਨਹੀਂ ਜਨ ਬਣ ਸਕਦਾ। ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ। ਜੰਮਣਾ ਮਰਨਾ ਇੱਕ ਭਿਆਨਕ ਦੁੱਖ ਹੈ। ਜਨਮ ਅਤੇ ਮੌਤ ਭਿਆਨਕ ਦੁੱਖ ਹੈ। ਇਹਦੇ 'ਚੋਂ ਬਚਿਆ ਨਹੀਂ ਜਾ ਸਕਦਾ, ਬਹੁਤ ਔਖਾ, ਬੜਾ ਕਠਿਨ ਹੈ। ਸੋ ਕਿੰਨੇ ਰਿਸ਼ੀ ਮੁਨੀ ਸਾਧੂ ਮਹਾਤਮਾ ਇਸ ਦੁੱਖ ਤੋਂ ਬਚਣ ਵਾਸਤੇ ਘਰ-ਬਾਰ ਛੱਡ ਗਏ, ਪਹਾੜਾਂ 'ਤੇ ਚਲ ਗਏ, ਜੰਗਲਾਂ 'ਚ ਚਲ ਗਏ, ਤੀਰਥਾਂ ਦਾ ਭ੍ਰਮਣ ਕਰਨਾ ਸ਼ੁਰੂ ਕਰ ਦਿੱਤਾ। ਤਪ ਕਰਦੇ ਨੇ, ਬੜਾ ਕਠਿਨ ਤਪ ਕਰਦੇ ਨੇ, ਪੁੱਠੇ ਲਟਕਦੇ ਨੇ, ਭੁੱਖੇ ਰਹਿੰਦੇ ਨੇ, ਉਣੀਂਦਰੇ ਰਹਿੰਦੇ ਨੇ। ਕਾਹਦੇ ਵਾਸਤੇ? ਭਾਈ ਆ ਜਨਮ ਅਤੇ ਮਰਨ ਤੋਂ ਬਚਣ ਵਾਸਤੇ। ਇੱਥੇ ਗੁਰੂ ਸਾਹਿਬ ਨੇ ਕਹਿ ਦਿੱਤਾ ਲੈ, ਕਹਿੰਦੇ ਇਹ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਬਚਨ ਦੇ ਨਾਲ ਜੰਮਣਾ ਮਰਨਾ ਕੱਟ ਹੋ ਜਾਂਦਾ। ਜੇ ਗੁਰੂ ਦੇ ਬਚਨਾਂ ਨੂੰ ਅਸੀਂ ਨਾ ਮੱਥਾ ਟੇਕੀਏ, ਮਤਲਬ ਵੀ ਮੈਂ ਮੰਨਦਾ
ਫਿਰ ਮੰਨਣ ਵਾਸਤੇ ਤਿਆਰ ਹੋਵੇ, ਆਪਣੇ ਹੱਡੀ ਹੰਢਾਵੇ, ਆਪ ਮੰਨੇ ਵੀ ਗੁਰੂ ਸਾਹਿਬ ਜੀ ਦੇ ਇੱਦਾਂ ਬਚਨ ਨੇ। ਜਿਸ ਨੇ ਗੁਰੂ ਦੇ ਬਚਨ ਨੂੰ ਸੁਣ ਲਿਆ, ਮੰਨ ਲਿਆ, ਮਨ ਕੀਚੈ ਭਾਉ, ਜਿੰਨਾ ਚਿਰ ਪਿਆਰ ਦੇ ਨਾਲ, ਧਿਆਨ ਦੇ ਨਾਲ ਗੁਰੂ ਦੇ ਬਚਨਾਂ ਨੂੰ ਸੁਣਦੇ ਨਹੀਂ, ਮਨ ਵਿੱਚ ਲੈ ਕੇ ਨਹੀਂ ਜਾਂਦੇ, ਉਹਨਾਂ ਚਿਰ ਪਿਆਰ ਕਿੱਥੋਂ। ਹੁਣ ਜੇ ਗੁਰੂ ਦੇ ਨਾਲ ਪਿਆਰ ਹੋਵੇ ਤਾਂ ਫਿਰ ਆਪਣੇ ਆਪ ਹੀ ਮਨ ਵਿੱਚ ਗੁਰੂ ਦੇ ਬਚਨ ਬਸਣੇ ਸ਼ੁਰੂ ਹੋ ਜਾਂਦੇ ਨੇ। ਭਰੋਸਾ ਹੋਵੇ ਨਾ, ਜਾਂ ਤਾਂ ਅੰਨੀ ਸ਼ਰਧਾ ਹੋਵੇ, ਅੰਨੀ ਸ਼ਰਧਾ, ਅਤੇ ਉਹ ਅੰਨੀ ਸ਼ਰਧਾ ਵੀ ਮਹਾਰਾਜ ਸੱਚੇ ਪਾਤਸ਼ਾਹ ਤੂੰ ਜੋ ਕਹਿਣਾ ਤੂੰ ਸੱਤ ਕਹਿਣਾ, ਜੋ ਕਰਦਾ ਤੂੰ ਸੱਤ ਕਰਦਾ, ਅਸੀਂ ਭੁੱਲਣੇ ਵਾਲੇ ਤੂੰ ਨਹੀਂ ਭੁੱਲ ਸਕਦਾ। ਇਹ ਹੁੰਦਾ ਪਿਆਰ। ਅਤੇ ਫਿਰ ਗੁਰੂ ਦੇ ਬਚਨ ਮਨ ਵਿੱਚ ਵਸ ਜਾਂਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਕਾ ਬਚਨ ਵਸੈ ਜੀ ਨਾਲੇ। ਜਦੋਂ ਗੁਰੂ ਦਾ ਬਚਨ ਵਸ ਗਿਆ ਨਾ ਜੀ ਵਿੱਚ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਲੈ। ਫਿਰ ਸੋ ਕਦੀ ਇਹ ਡੁੱਬੇਗਾ ਸੰਸਾਰ ਸਾਗਰ ਦੇ ਵਿੱਚ? ਨਹੀਂ ਡੁੱਬੇਗਾ। ਜਮਣਾ ਮਰਨਾ ਕੱਟਿਆ ਗਿਆ। ਜਿਹੜਾ ਸੰਸਾਰ ਸਾਗਰ ਵਿੱਚ ਡੁੱਬ ਜਾਂਦਾ ਨਾ, ਡੁੱਬ ਗਿਆ, ਉਹਦਾ 84 ਦਾ ਗੇੜ ਫੇਰ ਸ਼ੁਰੂ ਹੋ ਜਾਂਦਾ। 84 ਦਾ ਗੇੜ, ਜਦੋਂ 84 ਦਾ ਗੇੜ ਚੱਲ ਪਿਆ, ਫਿਰ ਕਿੰਨੇ ਯੁੱਗ ਲੱਗਦੇ ਨੇ, ਕਿੰਨਾ ਟਾਈਮ ਲੱਗਦਾ, ਕਿਉਂਕਿ ਸਾਰਾ ਸਰਕਲ ਪੂਰਾ ਕਰਕੇ ਹੀ ਆਵੇਗਾ। ਇੱਕ ਵਾਰੀ ਜੇ ਸਰਕਲ 'ਚ ਪੈ ਗਿਆ ਫਿਰ ਤਾਂ ਵੀ ਪੂਰਾ ਸਰਕਲ ਕਰਨਾ ਪੈਣਾ, ਫਿਰ ਆਈ ਕੋਈ ਨਹੀਂ। ਕਾਨੂੰਨ ਜੋ ਕਹਿੰਦਾ, ਜਿੱਥੋਂ ਦੀ ਰਾਹ ਹੋਣਾ ਉੱਥੋਂ ਦੀ ਨਿਕਲ ਹੁੰਦਾ। ਕਾਨੂੰਨ ਤਾਂ ਇਹੋ ਹੀ ਆ ਨਾ। ਇਹ ਕੁਦਰਤ ਦਾ ਜੋ ਕਾਨੂੰਨ ਹੈ, ਜੋ 84 ਦੇ ਗੇੜ ਵਿੱਚੋਂ ਨਿਕਲਣਾ, ਜਿਹੜਾ ਰਾਹ ਬਣਿਆ ਨਾ, ਜਿਹੜੀ ਜੋਨ ਰਾਹ ਆ। ਜਿੱਦਾਂ ਹਿੰਦੂਇਜ਼ਮ ਦੇ ਵਿੱਚ ਜਿਹੜੇ ਸੋ ਪੁਰਾਣ ਨੇ ਉਹਨਾਂ ਵਿੱਚ ਜ਼ਿਕਰ ਆਉਂਦਾ ਵੀ ਜਦੋਂ ਇਹਨੂੰ ਗਊ ਦਾ ਜਨਮ ਮਿਲਦਾ ਨਾ, ਇਸੇ ਕਰਕੇ ਗਊ ਦੀ ਇਹ ਪੂਜਾ ਕਰਦੇ ਹੈ। ਉਹ ਇਹਦਾ ਦੁਆਰ ਹੈ, ਉਹਦਾ ਆਖਰੀ ਜਨਮ ਹੁੰਦਾ। ਫਿਰ ਉਹਦੇ 'ਚੋਂ ਫਿਰ ਇਹ ਮਾਨਸ ਦੇਹੀ ਨੂੰ ਪ੍ਰਾਪਤ ਹੁੰਦਾ ਹੈ। ਪਰ ਗੁਰਮਤਿ ਦੇ ਵਿੱਚ ਤਾਂ ਇਹ ਵੀ ਗੱਲ ਸਾਨੂੰ ਸਮਝਾ ਦਿੱਤੀ ਹੈ ਵੀ ਜਦੋਂ ਕਿਸੇ ਕੁੱਲ ਦੇ ਵਿੱਚ ਕੋਈ ਬ੍ਰਹਮ ਗਿਆਨੀ ਪੈਦਾ ਹੋ ਜਾਂਦਾ ਅਤੇ ਉਹਦੇ ਜਿਹੜੇ ਪੂਰਵਜ ਚਾਹੇ ਜਿਹੜੀ ਮਰਜ਼ੀ ਜੋਨ ਦੇ ਵਿੱਚ, ਉੱਥੋਂ ਵੀ ਉਹਨਾਂ ਦਾ ਉੱਥੋਂ ਹੀ ਛੁਟਕਾਰਾ ਹੋ ਜਾਂਦਾ। ਇਹ ਗੁਰੂ ਦੇ ਬਚਨਾਂ ਦਾ ਬਲ ਹੈ। ਗੁਰੂ ਦੇ ਬਚਨ ਜਿਹੜੇ, ਉੱਦਾਂ ਜੰਮਣਾ ਮਰਨਾ ਭੋਗਣਾ ਪੈਂਦਾ, ਉੱਦਾਂ 84 ਭੋਗਣੀ ਪੈਂਦੀ ਹੈ। ਅਤੇ ਜਦੋਂ ਫਿਰ ਕੋਈ ਬਚਨ ਮੰਨਣੇ ਵਾਲਾ ਹੋਵੇ ਨਾ, ਜਿਹੜਾ ਜਿਹਨੇ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਲਿਆ, ਉਹਨੇ ਆਪ ਤਾਂ ਸੋ ਭਾਈ ਜੰਮਣਾ ਮਰਨਾ ਤਾਂ ਆਪਣਾ ਤਾਂ ਘੱਟ ਹੀ ਹੋਣਾ ਹੈ। ਅਤੇ ਉਹਦੇ 'ਤੇ ਜਿਹੜੇ ਪੂਰਵਜ ਨੇ ਉਹਨਾਂ ਦਾ ਵੀ ਜੰਮਣਾ ਮਰਨਾ ਕੱਟਿਆ ਜਾਂਦਾ, ਉਹਨਾਂ ਦੀ ਵੀ 84 ਕੱਟੀ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਨਮ ਮਰਨ ਕਾਟੇ ਗੁਰ ਬਚਨੀ। ਗੁਰੂ ਦੇ ਬਚਨਾਂ ਦੁਆਰਾ ਹੀ ਇਹ ਭਿਆਨਕ ਦੁੱਖ, ਭਿਆਨਕ ਰੋਗ ਕੱਟਿਆ ਜਾਂਦਾ ਹੈ। ਅਤੇ ਬਹੁੜ ਨਾ ਸੰਕਟ ਦੁਆਰਾ, ਮੁੜ ਕੇ ਸੰਕਟ ਦੇ ਦਰਵਾਜ਼ੇ 'ਤੇ ਆਉਂਦਾ ਵੀ ਨਹੀਂ। ਕਹਿੰਦੇ ਸੰਕਟ ਜਿਹੜਾ 84 ਦੇ ਗੇੜ ਵਿੱਚ ਪੈਣਾ, 84 ਦੇ ਦਰਵਾਜ਼ੇ ਵਿੱਚ ਜਦੋਂ ਪੈ ਜਾਂਦਾ, ਉਹ ਸੰਕਟ ਦੁਆਰ ਹੈ, ਉੱਥੇ ਜਾਂਦਾ ਵੀ ਨਹੀਂ। ਹੁਣ ਜੇ ਸੰਕਟ ਦੇ ਦਰਵਾਜ਼ੇ 'ਤੇ ਆ ਗਿਆ, ਜੇ ਧਰਮਰਾਜ ਵੱਲੋਂ ਹੁਕਮ ਹੋ ਗਿਆ ਵੀ ਲਾ ਵੀ ਇਹਨੂੰ ਹੁਣ 84 'ਚ ਪਾਉਣਾ ਪੈਣਾ, ਬਸ ਪਿਸਦਾ ਫਿਰ ਤਾਂ ਪਿਸਦਾ ਹੀ ਹੈ। ਉਹ ਦੁਆਰੇ 'ਤੇ ਨਹੀਂ ਆਉਂਦਾ, ਉਹ ਕੰਮ ਹੀ ਨਹੀਂ ਕਰਦਾ। 84 'ਚ ਜਾਣੇ ਵਾਲੇ ਕੰਮ ਹੀ ਨਹੀਂ ਕਰਦਾ। ਅਤੇ ਇਹ ਗੁਰੂ ਦੇ ਬਚਨ 'ਚ ਸਿੱਖਿਆ ਬਹੁਤ ਹੈ। ਗੁਰੂ ਦੁਆਰਾ ਗਿਆਨ ਬਹੁਤ ਵੱਡਾ ਪ੍ਰਾਪਤ ਹੋ ਜਾਂਦਾ। ਇਸ ਕਰਕੇ ਮੰਦਾ ਮੂਲ ਨਾ ਕੀਚੀ ਦੇ ਲੰਮੀ ਨਦਰ ਨਿਹਾਲੀ ਹੈ। ਜਿਨ੍ਹਾਂ ਦੇ ਨਾਲ ਜੰਮਣਾ ਮਰਨਾ, ਜੇ ਹੁਣ ਲੈਣ ਦੇਣ, ਕਿਸੇ ਦਾ ਹੱਕ ਖਾਣਾ, ਕਿਸੇ ਦੇ ਨਾਲ ਮਾੜਾ ਕਰਨਾ, ਵਿਹਾਰ ਮਾੜਾ ਕਰਨਾ, ਮਾੜੇ ਬੋਲ ਬੋਲਣੇ, ਸੋ ਇਹ ਐਸੇ ਕਰਮ ਨੇ ਜਿਹੜਾ ਦੁਬਾਰਾ ਬਣ ਜਾਂਦਾ 84 ਵਿੱਚ ਜਾਣ ਲਈ, ਦਰਵਾਜ਼ੇ ਬਣ ਜਾਂਦੇ ਨੇ। ਫਿਰ ਦੁਬਾਰਾ 84 ਵਿੱਚ ਆ ਜਾਂਦਾ ਇਹਨਾਂ ਕਾਰਨਾਂ ਕਰਕੇ। ਨਹੀਂ ਕਰਦਾ ਭਾਈ। ਉਹਦੀ ਬੰਦਗੀ ਕਰਨੀ। ਅਤੇ ਜਿੱਦਾਂ ਕਬੀਰ ਸਾਹਿਬ ਜੀ ਕਹਿੰਦੇ ਅੱਵਲ ਅੱਲ੍ਹਾ ਦੀਨ ਕਰ ਮਿੱਠਾ। ਹਾਂਜੀ, ਸੋ ਇਹ ਉਹਨੂੰ ਨਾ ਜਿਹੜੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ, ਅਤੇ ਉਹਨੂੰ ਉਹੀ ਚੰਗੇ ਲੱਗਦੇ ਨੇ ਸੋ ਜਿਹੜੇ ਧਾਰਮਿਕ ਹੁੰਦੇ ਨੇ, ਧਰਮ ਵਾਲੇ ਹੁੰਦੇ ਨੇ। ਅੱਵਲ ਅੱਲ੍ਹਾ ਖੁਦਾਈ ਬੰਦੇ, ਅਤੇ ਅੱਵਲ ਅੱਲ੍ਹਾ ਜਿਹੜੇ ਖੁਦਾਈ ਬੰਦੇ ਹੁੰਦੇ ਨੇ, ਸੋ ਉਹਨਾਂ ਨੂੰ ਪਰਮਾਤਮਾ ਪਰਮੇਸ਼ਰ ਦਾ ਹੁਕਮ ਚੰਗਾ ਲੱਗਦਾ। ਰੱਬ ਦੇ ਬਚਨ ਚੰਗੇ ਲੱਗਦੇ ਨੇ ਜਿਹੜੇ ਖੁਦਾਈ ਬੰਦੇ ਹੁੰਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਬਚਨਾਂ ਨੂੰ ਮੰਨ ਕੇ ਮੁੜ ਕੇ ਸੰਕਟ ਦੇ ਦੁਆਰੇ 'ਤੇ ਨਹੀਂ ਆਉਂਦੇ। ਨਾਨਕ ਸ਼ਰਨ ਗਈ ਸੁਆਮੀ ਕੀ,
ਪੁਨਹ ਪੁਨਹ ਨਮਸਕਾਰਾ। ਜਿਹੜੇ ਮਾਲਕ ਦੀ ਸ਼ਰਨ ਪਕੜ ਲੈਂਦੇ ਨੇ ਉਹ ਤਾਂ ਫਿਰ ਮੁੜ ਮੁੜ ਕੇ ਮੱਥੇ ਟੇਕਦੇ ਨੇ। ਪੁਨਹ ਪੁਨਹ ਨਮਸਕਾਰਾ, ਨਮਸਕਾਰਾਂ ਕਰਦੇ ਨੇ ਭਈ ਸਾਰੀ ਸ੍ਰਿਸ਼ਟੀ ਰੁੜਦੀ ਜਾਂਦੀ ਹੈ, ਸ਼ੁਕਰ ਹੈ ਤੂੰ ਮੈਨੂੰ ਆਪਣੇ ਚਰਨ ਫੜਾ ਦਿੱਤੇ, ਮੈਂ ਤੇਰੇ ਦੁਆਰੇ 'ਤੇ ਆ ਗਿਆ, ਮੈਂ ਬਚ ਗਿਆ। ਬਾਰ ਬਾਰ ਨਮਸਕਾਰ ਕਰਦਾ, ਬਾਰ ਬਾਰ ਨਮਸਕਾਰ ਕਰਦਾ, ਮੈਨੂੰ ਰੁੜਨ ਤੋਂ ਬਚਾ ਲਿਆ। ਇਹ ਤਾਂ ਮੈਂ ਵੀ ਸੰਕਟ ਦੁਆਰੇ 'ਤੇ ਪਹੁੰਚ ਜਾਣਾ ਸੀਗਾ। ਆ ਚਿੰਤਾ ਸੰਕਟ ਦਾ ਦੁਆਰ ਹੈ। ਜਿਹੜੀ ਚਿੰਤਾ ਜਦੋਂ ਬੰਦੇ ਨੂੰ ਪੈਂਦੀ ਹੈ ਸੰਕਟ ਦਾ ਦੁਆਰ ਹੈ। ਇਸ ਕਰਕੇ ਰੱਬ ਦੇ ਪਿਆਰੇ ਦੁਆਰੇ 'ਤੇ ਜਾਂਦੇ ਹੀ ਨਹੀਂ ਹੈ ਵੀ ਜੇ ਚਿੰਤਾ 'ਚ ਚਲ ਗਿਆ ਸੰਕਟ ਦੇ ਦੁਆਰ 'ਤੇ ਚਲ ਗਏ। ਇਸ ਕਰਕੇ ਮਹਾਰਾਜ ਪਾਤਸ਼ਾਹ ਜੀ ਤੇ ਤੂੰ ਜਦ ਕਹਿਤਾ ਨਾ ਸਗਲ ਕੀ ਚਿੰਤਾ ਜਿਸ ਮਨ ਮਾਹੇ, ਇਹਦਾ ਮਤਲਬ ਮੈਂ ਵੀ ਸਗਲ ਵਿੱਚ ਹੀ ਹਾਂ। ਮੇਰੀ ਚਿੰਤਾ ਜਿਹੜੀ ਉਹ ਤੈਨੂੰ ਹੈ, ਮੈਂ ਨਹੀਂ ਸੰਕਟ ਦੁਆਰੇ 'ਤੇ ਆਉਂਦਾ। ਨਹੀਂ ਆਉਂਦੇ ਰੱਬ ਦੇ ਪਿਆਰੇ ਇਸ ਚਿੰਤਾ ਦੇ ਦੁਆਰੇ, ਸੰਕਟ ਦੇ ਦੁਆਰੇ 'ਤੇ। ਸੋ ਜਦੋਂ ਸ਼ਰਨ ਗਹੀ ਸੁਆਮੀ ਕੀ, ਜਦੋਂ ਸ਼ਰਨ ਪਕੜ ਵਿੱਚ ਆ ਗਈ ਫਿਰ ਪੁਨਹ ਪੁਨਹ ਨਮਸਕਾਰ ਕਰਦਾ, ਵਾਰ ਵਾਰ ਨਮਸਕਾਰ ਕਰਦਾ। ਔਰ ਜਿਨ੍ਹਾਂ ਨੇ ਸ਼ਰਨ ਪਕੜ ਲਈ ਉਹਨਾਂ ਨੂੰ ਤਾਂ ਮੁੜ ਮੁੜ ਕੇ ਨਮਸਕਾਰ ਕਰਨੀ ਚਾਹੀਦੀ ਐਸੇ ਰੱਬ ਦੇ ਪਿਆਰੇ, ਕਿਉਂਕਿ ਉਹਨਾਂ ਨੇ ਸਾਨੂੰ ਦੱਸਣਾ ਵੀ ਕਿੱਦਾਂ ਸ਼ਰਨ ਵਿੱਚ ਆਈਦਾ। ਉਹਨਾਂ ਨੇ ਦੱਸਣਾ ਮੈਂ ਦੱਸਿਓ ਮਾਰਗ ਸੰਤੋ ਕਿ ਪ੍ਰਭੂ ਮਿਲਾਈਆ। ਉਹਨਾਂ ਨੇ ਸਾਨੂੰ ਫਿਰ ਸਾਰੀ ਖੇਡ ਦੱਸਣੀ ਵੀ ਇੱਦਾਂ ਸ਼ਰਨ ਵਿੱਚ ਆਈਦਾ, ਇੱਦਾਂ ਉਹਦੇ ਗੁਣ ਗਾਈਦੇ ਨੇ, ਇੱਦਾਂ ਉਹ ਪਿਆਰ ਕਰਦਾ, ਇੱਦਾਂ ਉਹਦੇ ਪ੍ਰਤੀ ਪਿਆਰ ਪੈਦਾ ਹੁੰਦਾ ਹੈ। ਇਸ ਕਰਕੇ ਸੋ ਫਿਰ ਉਹਨਾਂ ਨੂੰ ਮੁੜ ਮੁੜ ਕੇ ਨਮਸਕਾਰ ਹੈ ਜਿਨ੍ਹਾਂ ਨੇ ਉਹਦੀ ਸ਼ਰਨ ਨੂੰ ਗ੍ਰਹਿਣ ਕੀਤਾ ਹੋਇਆ। ਗੁਰੂ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਸੋ ਐਤਵਾਰ ਨੂੰ ਜੋ ਆਪਾਂ ਬੀਬੀਆਂ ਵੱਲੋਂ ਸਹਿਜ ਪਾਠ ਚੱਲ ਰਹੇ ਨੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੋ ਦਿਹਾੜਾ ਆ ਰਿਹਾ, ਸਾਰਿਆਂ ਨੇ ਰਲ ਕੇ ਮਨਾਉਣਾ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਜਿਹੜੇ ਵੀ ਸਹਿਜ ਪਾਠ ਵਿੱਚ ਹਾਜ਼ਰੀ ਲਾ ਸਕਦੇ ਆ, ਪੂਰਾ ਦਿਨ ਸਹਿਜ ਪਾਠ ਚੱਲਦੇ ਨੇ, ਜ਼ਰੂਰ ਹਾਜ਼ਰੀ ਲਾਓ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। ਅਤੇ ਅੱਜ ਆਪਾਂ ਸੋ ਸ਼੍ਰੀ ਅਖੰਡ ਪਾਠ ਸਾਹਿਬ ਵੀ ਆਰੰਭ ਕਰਨੇ ਨੇ। ਰਾੜਾ ਸਾਹਿਬ ਵਾਲੇ ਮਹਾਂਪੁਰਖ, ਉਹਨਾਂ ਦੀ ਯਾਦ ਵਿੱਚ ਉਹਨਾਂ ਦੀਆਂ ਸੰਗਤਾਂ ਨੇ, ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਕੀਆਂ ਸੰਗਤਾਂ, ਸਾਰੀਆਂ ਗੁਰੂ ਕੀਆਂ ਸੰਗਤਾਂ ਨੇ ਅਤੇ ਸਾਰਿਆਂ ਨੇ ਰਲ ਕੇ ਸੇਵਾ ਕਰਨੀ ਹੈ ਅਤੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਗੁਰੂ ਕਿਰਪਾ ਕਰੇ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦਿ। ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸਿੱਧੀ ਮਨ ਦੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦ ਉਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹਾਂ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰੇ ਸਭ ਸਵਾਰਨਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ। ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ, ਕਾਲਾਂ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ, ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਉਣੀ। ਸੁਣ ਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ।
ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਗਲ ਸਮਗਰੀ ਤੁਮਰੈ ਸੂਤਰਧਾਰ, ਤੁਮਤੇ ਹੋਇ ਸੁਆਗਿਆ ਕਾਮਰੀ ਗਤ ਮਿਤ ਤੁਮਹੀ ਜਾਣਿ, ਨਾਨਕ ਦਾਸ ਸਦਾ ਕੁਰਬਾਨ। ਬੋਲੋ ਜੀ ਵਾਹਿਗੁਰੂ। ਅਰਦਾਸ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਜੀ ਸਹਾਇ ਵਾਰ ਸ੍ਰੀ ਗੁਰੂ ਗ੍ਰੰਥ ਜੀ ਪਾਤਸ਼ਾਹ ਜੀ ਦਸੇ ਸਤਿ ਗੁਰੂ ਜੀ ਸਿਮਟ ਕੈ ਗੁਰੂ ਨਾਨਕ ਨੇ ਧਿਆਏ ਕਰਮ ਕਿਉ ਸਾਥ ਰਾਮ ਦਾਸ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਤੇਗ ਬਹਾਦਰ ਸਿਮਰਿਆ ਕਰਨਾ ਦਿਆਲ ਧਾਏ ਸਤਾਈ ਸਹਾਇ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਾਈ ਸਹਾਇ। ਦਸਾਂ ਪਾਤਸ਼ਾਹੀਆਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਬ ਹੱਡੀਆਂ ਚੁੱਕੀਆਂ ਤੱਕੀਆਂ ਸਿਰ ਗਵਾਨਾ, ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਈ ਭਲਾਈ ਤੇ ਗਵਾਨੀ। ਦੇਹ ਧਿਆਨ ਕੀ ਕਰ ਤਿਨਾਂ ਪਿਆਰਿਆ ਸਿੱਖਿਆ ਜਿੰਦ ਕਮਾਈ ਦਾ ਧਿਆਨ ਕਰ ਖਾਲਸਾ ਜੀ। ਬੋਲੋ ਜੀ ਦਸੇ ਕਰ ਸਕਰੀਆਂ ਧਰਮ ਦੇ ਸੀ ਤੇ ਵੱਧ ਵੱਧ ਕਢਵਾਏ ਗੋਪੀਆਂ ਲਹਾਈਆਂ ਚਰਤੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਸਿੱਖੀ ਸੱਸ ਵਰਸਾਂ ਮਾਰ ਖਾਇਆ ਤੇਰਾ ਸੂਰ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ। ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਖਾਲਸਾ ਜੀ। ਬੋਲੋ ਜੀ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਸਿੱਖਿਆ ਸਿੱਖਿਆ ਕੋ ਸਤਿਕਾਰ ਕਰ ਸੁਖ ਹੋਵੇ। ਜਾ ਜਾ ਖਾਲਸਾ ਜੀ ਸਾਹਿਬ ਪੰਥ ਰਖਿਆ ਰਾਜ ਦੇਖ ਦੇਖ ਫਤਿਹ ਗਤ ਕੀ ਪਾਇ ਪੰਥ ਕੀ ਸਹਿਬ ਕੀ ਸਹਾਇ। ਖਾਲਸਾ ਜੀ ਕੋ ਬੋਲੋ ਜੀ ਸਿੱਖਾਂ ਨੂੰ ਮਸੂਲ ਸਿੱਖੀ ਦਾਨ ਕੀਰਤਨ ਰਹਿ ਦਾਨ ਕਬੀਰ ਦਾਨ ਸਾਧ ਦਾਨ ਪ੍ਰਸਾਦ ਦਾਨਾ ਸਿੱਧਾ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਦੀ ਦੀ ਗੁਰੂ ਘਟਾ ਧਰਮ ਦਾ ਜਕਾਰ। ਬੋਲੋ ਜੀ ਸਿੱਖਾਂ ਦਾ ਮਨ ਜੀਵ ਮਤ ਜੀਵਨ ਭਗਤੀ ਰੱਖਿਆ ਮਹਾਰਾਜ ਪਾਤਸ਼ਾਹ ਜੀ ਦੀ ਪਾਰ ਮੇਰੀ ਤੁਹਾਡਾ ਸਤਿਕਾਰ ਅਮਰਤ ਵੇਲੇ ਦੇ ਦੀਵਾਨ ਦੀ ਸਜੀ ਹੋਣਾ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਆਸਾ ਜੀ ਦੀ ਬਾਤ ਦੀ ਸ਼ਬਦ ਦੀ ਜਾਪ ਆਨੰਦ ਸਾਹਿਬ ਦੀ ਸ਼੍ਰੀ ਕੋਲ ਦੀ ਜਾਪ ਬਾਣੀ ਦਾ ਮਹਾਤਮ ਜੀ ਸੰਤਾਂ ਦੋਸ਼ਣਾ ਜੀ ਦਿਲ ਪਰਵਾਰ ਕਰਨਾ ਸਰਬੱਤ ਸੰਤਾਂ ਦੀਆਂ ਕਾਮਨਾਵਾਂ ਤੋਂ ਬਖਸ਼ਿਆ ਦਾਤਾ ਜੀ ਪ੍ਰਾਪਤ ਸ਼ਾਦੀ ਦੀ ਦੁਖਾਂ ਜਿਹੜੇ ਕਰੀ ਪਾਕ ਸੰਸੋਧ ਕਰਾਂ ਰਾਤ ਤੋਂ ਲਗਾਏ ਸੀਤ ਪ੍ਰਸ਼ਾਦ ਸੰਤਾਂ ਵਿੱਚ ਵਰਤੇ ਜੋ ਜੀ ਸਿੱਖਿਆ ਉਹਦਾ ਨਾਮ ਜਪੀ ਜੀ ਪਾਪ ਨੂੰ ਬਖਸ਼ੇ ਸੰਤਾਂ ਦੀ ਹਾਲ ਕਰੋ ਜੀ ਚੰਗੀ ਪਿਆਰੇ ਕਰਦੇ ਜਿਨ੍ਹਾਂ ਨੂੰ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗੀ ਆਪਣੀ ਕਾਲ ਕੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਪ੍ਰਭ ਕੋ ਲੋਚਾ ਹੈ। ਰਾਜ ਦਾ ਖਾਲਸਾ ਵਾਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੀ ਸੁਤਰੀ ਪਾਰ ਚੜ੍ਹਦਾ ਕਰ ਸੇਵ ਦੇ ਗੁਰ ਪਾਰ ਠੰਡਾ ਜਾ ਕੇ ਹਾਥ ਮੈਂ ਕਲਗੀ ਸੋਈ ਸੋ ਹਮਾਰੀ ਰਖਿਆ ਕਰੇ ਕਾਕੀ ਕਰੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਜੀਓ। ਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ।
सो कहो टल गुर सेविया अहनस सहज सुभाए दर्शन परसिया गुरु कै जन्म मरण दुख जाए होवै सिफत खसम दी ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ मेरो प्रभ जी कीना पंच दुख अर अहंग रोग ए तन ते सगल दूर की ऐसो गुण मेरो प्रभ जी कीना पंच दुख अर अहंग रोग ए तन ते सगल दूर कीन रहाओ बंधन तोर शोर बिखिया ते गुर को शब्द विरहिय दीन रूप अनुरूप मोर कशना विचारियो प्रेम गहियो मोहे हर रंग भीन पेखियो लालन पाट बीच खोए अनंद चिता हर खेपतीन तिसही को ग्रह सोई प्रभ नानक सो ठाकर तिसही को तीन पेखियो लालन पाट बीच खोए आनंद चिता हर खेपतीन तिसही को ग्रह सोई प्रभ नानक सो ठाकुर तिसही को तीन वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।